हाँ जी स्टूडेंट्स, ਆਪਾਂ ਨੇ ਅੱਜ ਕਰਨਾ ਆ ਮੁਦਰਾ ਦਾ ਮੀਨਿੰਗ, ਇਵੈਲੂਏਸ਼ਨ ਐਂਡ ਫੰਕਸ਼ਨਸ ਆਫ ਮਨੀ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ। ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਸੀਂ ਜਿਹੜਾ ਆ ਐਜ਼ ਅ ਬਾਰਟਰ ਸਿਸਟਮ ਜਿਹੜਾ ਮਨੀ ਨੂੰ ਯੂਜ਼ ਕੀਤਾ ਜਾਂਦਾ ਸੀ। ਮੀਨਸ ਕੀ ਆ ਕਿ ਸਿਸਟਮ ਆਫ ਐਕਸਚੇਂਜ, ਸਾਡੇ ਕੋਲ ਟੂ ਸਿਸਟਮ ਆਣੇ ਆ, ਬਾਰਟਰ ਸਿਸਟਮ ਆਫ ਐਕਸਚੇਂਜ ਐਂਡ ਦਾ ਮੋਨਟਰੀ ਸਿਸਟਮ ਆਫ ਐਕਸਚੇਂਜ। ਫਸਟ ਆਫ ਆਲ ਬਾਰਟਰ ਸਿਸਟਮ ਆਫ ਐਕਸਚੇਂਜ। ਵਾਟਰ ਸਿਸਟਮ ਆਫ ਐਕਸਚੇਂਜ ਮੀਨਸ ਕੀ ਹੈ ਕਿ ਵਸਤੂ ਵਟਾਂਦਰਾ ਪ੍ਰਣਾਲੀ, ਕਹਿੰਦੇ ਕਿ ਜਿਹਦੇ ਵਿੱਚ ਅਸੀਂ ਪਹਿਲੇ ਸਮੇਂ ਦੇ ਵਿੱਚ ਕੀ ਸੀਗਾ ਕਿ ਵਸਤੂਆਂ ਨੂੰ ਵਸਤੂਆਂ ਦੇ ਨਾਲ ਹੀ ਜਿਹੜਾ ਆ ਐਕਸਚੇਂਜ ਕਰਦੇ ਸੀ। ਵਾਟਰ ਸਿਸਟਮ ਇਜ਼ ਦਾ ਡਾਇਰੈਕਟ ਐਕਸਚੇਂਜ ਆਫ ਗੁਡਸ ਫॉर ਗੁਡਸ ਵਿਦਾਊਟ यूज़ ऑफ मनी एज अ मीडियम ऑफ एक्सचेंज। ठीक है कि बिना पैसे तो असी जोड़ा आ कोई भी गुड्स और सर्विस जड़ियाँ आ परचेज करते सी विद द हैल्प ऑफ गुड्स। ठीक है, उन्होंने असी बार्टर सिस्टम कहते हैं। इहदियां कुछ डिफिकल्टी सी बार्टर सिस्टम दे विच जिहदे करके जिहड़ा आ करंसी जिहड़ी नोट आ वो प्रचलित होए इकोनमी दे विच। डिफिकल्टीज की सी मेन फस्ट है साडे कोल लैक ऑफ डबल कोइंसिडेंस, दोहरे संयोग की कमी। दोहरे संयोग की कमी ਦੇ ਕੀ ਆ ਕਿ ਕੋਈ ਵੀ ਵਸਤੂ ਜਿਹੜੀ ਅਸੀਂ ਕਿਸੇ ਇੱਕ ਪਰਸਨ ਤੋਂ ਲੈਂਦੇ ਆ, ਠੀਕ ਆ, ਕਹਿੰਦਾ ਕਿ ਉਹਦੀ ਲੋੜ ਪੂਰਾ ਕਰਨ ਦੇ ਲਈ ਦੂਸਰੇ ਪਰਸਨ ਦੇ ਕੋਲ ਉਹ ਗੁੱਡਸ ਜਿਹੜੀਆਂ ਅਵੇਲੇਬਲ ਵੀ ਹੋਣੀਆਂ ਚਾਹੀਦੀਆਂ, ਤਾਂ ਹੀ ਅਸੀਂ ਜਿਹੜੀਆਂ ਆ ਦੂਸਰੇ ਪਰਸਨ ਤੋਂ ਵਸਤੂਆਂ ਜਿਹੜੀਆਂ ਉਹ ਲੈ ਸਕਦੇ ਆ। ਫॉर एग्जांपल ਜੇਕਰ ਹੁਣ ਮੰਨ ਲਓ ਕਿ ਤੁਹਾਡੇ ਕੋਲ ਅਨਾਜ ਹੈ, ਠੀਕ ਹੈ, ਕਿ ਤੁਸੀਂ ਅਨਾਜ ਦੇ ਕੇ ਜਿਹੜਾ ਕੱਪੜਾ ਕਿਸ ਤੋਂ ਲੈਣਾ ਚਾਹੁੰਦੇ ਆ, ਜੇਕਰ ਉਸ ਪਰਸਨ ਦੇ ਕੋਲ ਕੱਪੜਾ ਅਵੇਲੇਬਲ ਹੈ ਤਾਂ ਹੀ ਤੁਸੀਂ ਉਸ ਨੂੰ ਅਨਾਜ ਦਿਓਗੇ, ਜੇਕਰ ਉਸ ਦੇ ਕੋਲ ਕੱਪੜਾ ਅਵੇਲੇਬਲ ਨਹੀਂ ਹੈ ਦੈਨ ਤੁਸੀਂ ਜਿਹੜਾ ਉਸ ਨੂੰ ਅਨਾਜ ਵੀ ਨਹੀਂ ਦਿਓਗੇ, ਜਿਹਦੇ ਕਰਕੇ ਕੀ ਆ ਕਿ ਡਬਲ ਕੋਇਨਸੀਡੈਂਸ ਦੀ ਕਮੀ ਸੀ। ਉਸ ਤੋਂ ਬਾਅਦ ਹੈਗਾ ਲੈਕ ਆਫ ਕਾਮਨ ਯੂਨਿਟ ਆਫ ਵੈਲਿਊ ਮੈਜ਼ਰਮੈਂਟ, ਮੁੱਲ ਮਾਪ ਦੇ ਸਮਾਨ ਇਕਾਈ ਦੀ ਅਣਹੋਂਦ। ਹੁਣ ਕਿਸੇ ਕਹਿੰਦਾ ਕਿ ਸਾਨੂੰ ਉਸ ਵਸਤੂ ਦੇ ਜਿਹੜੇ ਆ ਮੁੱਲ ਦੇ ਬਾਰੇ ਕੁਝ ਵੀ ਮਾਪ ਕਰਨ ਦੇ ਵਿੱਚ ਮੁਸ਼ਕਿਲ ਸੀ, ਕਿ ਸਾਨੂੰ ਪਤਾ ਨਹੀਂ ਹੁੰਦਾ ਸੀਗਾ ਕਿ ਕਿਸੇ ਵਸਤੂ ਦਾ ਕਿੰਨਾ ਮੁੱਲ ਜਿਹੜਾ ਉਹ ਹੋਵੇਗਾ। ਕਿਸੇ ਵਸਤੂ ਦੇ ਮੁੱਲ ਤੋਂ ਭਾਵ ਵਸਤੂ ਦੂਸਰੀਆਂ ਵਸਤੂਆਂ ਦੀ ਉਸ ਮਾਤਰਾ ਤੋਂ ਹੈ ਜੋ ਉਸ ਵਸਤੂ ਦੇ ਬਦਲੇ ਵਿੱਚ ਬਾਜ਼ਾਰ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ। ਹੁਣ ਸਾਨੂੰ ਨਹੀਂ ਪਤਾ, ਜੇਕਰ ਮੰਨ ਲਓ ਕਿ ਫॉर एग्जांपल ਤੁਹਾਡੇ ਕੋਲ 1 ਕੁਆਂਟਲ ਰਾਈਸ ਹੈ, ਠੀਕ ਹੈ, ਤੁਸੀਂ ਉਹਦੇ ਬਦਲੇ ਵਿੱਚ ਜਿਹੜਾ ਆ ਕੱਪੜਾ ਲੈਣਾ ਚਾਹੁੰਦੇ ਹੋ। ਹੁਣ ਤੁਹਾਨੂੰ ਨਹੀਂ ਪਤਾ ਕਿ ਤੁਸੀਂ 1 ਕੁਆਂਟਲ ਰਾਈਸ ਦੇ ਬਦਲੇ ਵਿੱਚ ਕਿੰਨਾ ਕੱਪੜਾ ਜਿਹੜਾ ਆ ਉਹ ਕਿਸੇ ਦੂਸਰੇ ਪਰਸਨ ਤੋਂ ਲਓ, ਜਿਹਦੇ ਕਰਕੇ ਉਹਦੀ ਮੈਜ਼ਰਮੈਂਟ ਨਹੀਂ ਸੀ, ਜਿਹਦੇ ਕਰਕੇ ਇਹ ਕਮੀ ਆਈ ਹੈ। ਨੈਕਸਟ ਹੈ ਸਾਡੇ ਕੋਲ ਆਉਂਦਾ ਆ ट्रेडिंग कॉस्ट ऑफ बार्टर सिस्टम ऑफ एक्सचेंज। कहते कि वस्तु वटांदरा प्रणाली के व्यापार दी शर्तां कि सानू जिहड़ा उहदे अकॉर्डिंग कहते कि ਜਿਹੜੀਆਂ ਵੀ ਅਸੀਂ ਦੂਰਾ ਸੰਯੋਗ ਜਿਹੜਾ ਉਹਦੀ ਕਮੀ ਹੋਣ ਦੇ ਕਾਰਨ ਇਸ ਪ੍ਰਣਾਲੀ ਦੇ ਅੰਤਰਗਤ ਬਾਜ਼ਾਰ ਦੀਆਂ ਲਾਗਤਾਂ ਬਹੁਤ ਉੱਚੀਆਂ ਹੁੰਦੀਆਂ, ਮਤਲਬ ਕਿ ਸਾਨੂੰ ਬਹੁਤ ਸਾਰਾ ਕਾਸਟ ਆਉਂਦੀ ਹੈ ਕਿ ਅਸੀਂ ਜਿਹੜੀ ਆਪਣੀ ਵਸਤੂਆਂ ਜਿਹੜੀਆਂ ਦੂਸਰੇ ਪਰਸਨ ਨੂੰ ਦੇਣੀਆਂ ਆ। ਇਹਦੇ ਲਈ ਕੀ ਕਮੀਆਂ ਨੇ? ਫਸਟ ਹੈਗੀ ਸਰਚ ਕਾਸਟ, ਕਿ ਸਾਨੂੰ ਪਹਿਲਾਂ ਤਾਂ ਸਰਚ ਕਰਨੀ ਪੈਂਦੀ ਹੈ ਕਿ ਉਹ ਪਰਸਨ ਕਿੱਥੇ ਅਵੇਲੇਬਲ ਆ, ਜਿਹਦੇ ਕੋਲ ਸਾਨੂੰ ਜ਼ਰੂਰਤ ਦੀ ਵਸਤੂ ਜਿਹੜੀ ਅਵੇਲੇਬਲ ਹੈ ਤੇ ਜੋ ਉਸ ਨੂੰ ਚਾਹੀਦਾ ਉਹ ਸਾਡੇ ਕੋਲ ਹੈ। ਬਟ ਇਹ ਕਹਿੰਦਾ ਕਿ ਬਹੁਤ ਜ਼ਿਆਦਾ ਕੰਮ ਔਖਾ ਸੀ ਕਿਉਂਕਿ ਸਾਨੂੰ ਇਹ ਢੰਗ ਜਿਹੜਾ ਨਹੀਂ ਪਤਾ ਸੀ ਜਿਸ ਨਾਲ ਅਸੀਂ ਸਰਚ ਕਰ ਸਕੀਏ ਕਿ ਸਾਨੂੰ ਉਸ ਪਰਸਨ ਦੀ ਜਿਹੜੀ ਆ ਉਹ ਪਤਾ ਚੱਲ ਸਕੇ। ਉਸ ਤੋਂ ਬਾਅਦ ਆਉਂਦਾ ਆ डिसटेबिलिटी ऑफ वेटिंग, कहना इंतजार की अणउपयोगिता ਜਾਂ लागत, मतलब कि ਸਾਨੂੰ इंतजार करना पैंदा ਸੀਗਾ कि दूसरे ਥਾਂ ਜਿਹੜਾ ਸਮਾਨ ਆ ਉਹ ਪ੍ਰਾਪਤ ਕਰਨ ਲਈ, मतलब कि ਜਿੰਨੀ ਜ਼ਿਆਦਾ ਦੇਰ ਹੋਏਗੀ ਉਸ में मतलब ਹੁਣ ਕੀ ਆ ਕਹਿੰਦੇ ਕਿ ਕਈ ਸਮਾਨ ਇਹੋ ਜਿਹੇ ਹੋ ਜਾਂਦੇ ਆ ਜਿਹੜਾ ਕਿ ਜਲਦੀ ਨਸ਼ਟ ਹੋ ਸਕਦੇ ਆ, ਉਹਦੇ ਲਈ ਸਾਨੂੰ ਪਹਿਲਾਂ ਤਲਾਸ਼ ਕਰਨੀ ਪੈਗੀ ਉਹ ਪਰਸਨ ਅਵੇਲੇਬਲ ਹੈ ਤੇ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਉਹ ਸਾਡਾ ਸਮਾਨ ਜਿਹੜਾ ਖਰੀਦਣ ਦੇ ਲਈ ਵੀ ਤਿਆਰ ਹੋਵੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਆ ਕਹਿੰਦੇ ਕਿ ਪ੍ਰੋਬਲਮਸ ਰਿਲੇਟਡ ਵਿਦ ਦਾ ਡੈਫਰ ਪੇਮੈਂਟਸ। ਡੈਫਰ ਪੇਮੈਂਟਸ ਹੁੰਦੀਆਂ ਕਿ ਮਤਲਬ ਕਿ ਤੁਸੀਂ ਫਿਊਚਰ ਦੇ ਵਿੱਚ ਜਿਹੜੀਆਂ ਉਹਦੀਆਂ ਪੇਮੈਂਟਸ ਕਰਨੀਆਂ ਚਾਹੁੰਦੇ ਆ, ਇਹਦੇ ਵਿੱਚ ਵੀ ਕਹਿੰਦਾ ਕਿ ਮੁਸ਼ਕਲ ਆਉਂਦੀ ਸੀ। ਡੈਫਰ ਪੇਮੈਂਟਸ ਕੀ ਆ ਕਿ ਸਥਿਰ ਅਜਾਇਬ ਜੋ ਭਵਿੱਖ ਵਿੱਚ ਕਿਸੇ ਨਿਸ਼ਚਿਤ ਸਮੇਂ ਬਿੰਦੂ ਤੇ ਕੀਤੇ ਜਾਂਦੇ ਹਨ। ਫॉर एग्जांपल ਇੱਕ ਵਿਅਕਤੀ ਦੁਆਰਾ ਆਪਣੇ ਘਰ ਦੀ ਉਸਾਰੀ ਲਈ ਠੇਕੇਦਾਰ ਨਾਲ 5 ਲੱਖ ਰੁਪਏ ਦਾ ਠੇਕਾ ਕੀਤਾ ਗਿਆ, ਬਟ ਕਹਿੰਦਾ ਕਿ ਵਿਅਕਤੀ ਦੇ ਦੁਆਰਾ ਠੇਕੇਦਾਰ ਨੂੰ ਇਹ ਭੁਗਤਾਨ 1 ਸਾਲ ਦੇ ਬਾਅਦ ਕਰਨ ਦਾ ਦਾਅਵਾ ਕੀਤਾ ਗਿਆ, ਇਸ ਨੂੰ ਅਸੀਂ ਡੈਫਰ ਪੇਮੈਂਟਸ ਕਹਿੰਦੇ ਆ। जबकि वस्तु वटांदरा प्रणाली के अंतर्गत डैफर पेमेंट्स विच मुश्किल हुंदी सी। मजदूरां नूं मजदूरी, भूमि लगान, कहंदे कि पूंजीपति जिहड़े सी कैपिटल जिहड़ी आ ओहदे वजह इंटरस्ट पे कीता जांदा सी, ठीक है, जो कि सथगित भुगतान सन करना बहुत औखा सी। वस्तु वटांदरा प्रणाली विच जेकर अजिहे भुगतान वस्तु रूप विच कीते जाण तां हे लिखिया समय फस्ट हैगा वस्तु सेवावां दे रूप विच सथगित करने औखे, मतलब कि जेकर हुण कोई परसन आ, ठीक है, वो तुहाडी अनाज की खेती दे विच तुहाडी हैल्प करदा आ, ਉਹਨਾਂ ਦੀਆਂ ਵੇਜਿਸ ਦੇਣੀਆਂ ਉਹ ਅਨਾਜ ਦੇ ਰੂਪ ਵਿੱਚ ਹੋਣਗੀਆਂ, ਤੁਸੀਂ ਕਹੋਗੇ ਨੈਕਸਟ ਈਅਰ ਦਿੱਤਾ ਜਾਣਗੇ, ਜਿਹਦੇ ਕਰਕੇ ਹੁਣ ਕੀ ਆ ਕਹਿੰਦੇ ਕਿ ਉਹ ਅਨਾਜ ਜਿਹੜੀ ਪੇਮੈਂਟ ਆ ਆਉਣ ਵਾਲੇ ਸਾਲਾਂ ਵਿੱਚ ਕਰਨੀ ਮੁਸ਼ਕਿਲ ਹੁੰਦੀ ਸੀ। ਭੁਗਤਾਨ ਦੇ ਲਈ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਸੇਵਾਵਾਂ ਦੀ ਚੋਣ ਕਰਨੀ ਔਖੀ ਸੀ, ਕਿਸੇ ਫਾਰਮ ਦੇ ਵਿੱਚ ਜਿਹੜਾ ਉਹਨਾਂ ਦੀ ਪੇਮੈਂਟ ਕੀਤੀਆਂ ਜਾਣ। ਭੁਗਤਾਨ ਕਰਨ ਦੇ ਲਈ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦਾ ਨਿਰਧਾਰਨ ਕਰਨ ਵਿੱਚ ਮਤਲਬ ਕਿ ਇਹ ਵੀ ਸਾਨੂੰ ਪ੍ਰੋਬਲਮ ਆਉਂਦੀ ਸੀ ਕਿ ਸਾਨੂੰ ਪਤਾ ਨਹੀਂ ਕਿ ਕਿੰਨੀ ਉਹ ਜਿਹੜੀ ਆ ਕੋਈ ਵਸਤੂ ਆ ਜਿਹੜੀ ਸਾਨੂੰ ਮਿਲ ਰਹੀ ਆ ਪੇਮੈਂਟ ਦੇ ਰੂਪ ਦੇ ਵਿੱਚ, ਕਹਿੰਦਾ ਕਿ ਉਹ ਵਧੀਆ ਕੁਆਲਿਟੀ ਦੀ ਹੈ ਜਾਂ ਨਹੀਂ। ਵਸਤੂਆਂ ਅਤੇ ਬਾਜ਼ਾਰ ਦੇ ਮੁੱਲ ਦੇ ਘੱਟ ਹੋਣ ਜਾਂ ਵੱਧ ਹੋਣ ਦਾ ਖਤਰਾ ਹਮੇਸ਼ਾ ਬਣੇ ਰਹਿੰਦਾ ਸੀ ਕਿ ਜ਼ਰੂਰੀ ਨਹੀਂ ਕਿ ਮਾਰਕੀਟ ਵੈਲਿਊ ਕਿ ਹੋ ਸਕਦਾ ਉਸ ਪ੍ਰੋਡਕਟ ਦੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਵੈਲਿਊ ਘਟ ਜਾਵੇ, ਜਿਹਦੇ ਕਰਕੇ ਸਾਨੂੰ ਆਉਣ ਵਾਲੇ ਸਾਲਾਂ ਵਿੱਚ ਜਿਹੜੀ ਪੇਮੈਂਟ ਮਿਲੇਗੀ ਉਹ ਜਿਹੜਾ ਘੱਟ ਹੋਵੇਗੀ।
ਇਸ ਤੋਂ ਬਾਅਦ ਹੈ ਸਾਨੂੰ ਪ੍ਰੋਬਲਮ ਇਨ ਸਟੋਰਿੰਗ ਵੈਲਥ। ਕਹਿੰਦਾ ਕਿ ਉਹ ਜਿਹੜਾ ਪੈਸਾ ਧਨ ਆ, ਧਨ ਕੀ ਸੀ ਸਾਡਾ ਉਸ ਟਾਈਮ ਦੇ ਵਿੱਚ, ਜਿਹੜਾ ਵਾਟਰ ਸਿਸਟਮ ਜੋ ਵਸਤੂਆਂ ਜਾਂ ਸਬਜ਼ੀ ਜੋ ਅਸੀਂ ਪ੍ਰੋਡਿਊਸ ਕਰਦੇ ਸੀ ਉਹ ਸਾਡਾ ਧਨ ਹੁੰਦਾ ਸੀ, ਠੀਕ ਹੈ। ਬਟ ਕਹਿੰਦਾ ਕਿ ਉਹਨੂੰ ਸਟੋਰ ਕਰਨ ਵਿੱਚ ਮੁਸ਼ਕਿਲ ਹੁੰਦੀ ਸੀ। ਹੁਣ ਅੱਜ ਕੱਲ੍ਹ ਆ ਪੈਸਾ ਅਸੀਂ ਈਜ਼ੀਲੀ ਸਟੋਰ ਕਰਕੇ ਕਿਤੇ ਵੀ ਰੱਖ ਸਕਦੇ ਹਾਂ, ਬਟ ਕਹਿੰਦਾ ਕਿ ਉਸ ਸਮੇਂ ਦੇ ਉੱਤੇ ਕਹਿੰਦਾ ਕਿ ਜਿਹੜੀਆਂ ਵਸਤੂਆਂ ਸੀ ਉਹਨਾਂ ਨੂੰ ਸਟੋਰ ਕਰਨ ਲਈ, ਅਨਾਜ ਜਾਂ ਅਨਾਜ ਨੂੰ ਸਟੋਰ ਕਰਨ ਲਈ ਸਾਨੂੰ ਕਾਫੀ ਟਾਈਮ ਸਪੇਸ ਦੀ ਜ਼ਰੂਰਤ ਹੋਏਗੀ, ਠੀਕ ਹੈ। ਉਹਦੇ ਵਿੱਚ ਕਹਿੰਦਾ ਕਿ ਉਹਨੂੰ ਰੱਖਣ ਦੇ ਵਿੱਚ ਮੁਸ਼ਕਿਲ ਆਉਂਦੀ ਸੀ। ਉਸ ਤੋਂ ਬਾਅਦ ਕਈ ਗੁਡਸ ਹੁੰਦੀਆਂ ਨੇ ਪੈਰੀਸ਼ੇਬਲ ਗੁਡਸ ਆ। ਪੈਰੀਸ਼ੇਬਲ ਗੁਡਸ ਹੁੰਦੀਆਂ ਮੀਨਸ ਕਹਿੰਦੇ ਅਨਾਜ ਵਗੈਰਾ ਜਿਹੜਾ ਜਲਦੀ ਨਸ਼ਟ ਹੋ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਤੁਸੀਂ ਆਸਾਨੀ ਦੇ ਨਾਲ ਸਟੋਰ ਕਰਕੇ ਨਹੀਂ ਰੱਖ ਸਕਦੇ ਸੀ, ਜਿਹਦੇ ਕਰਕੇ ਵੀ ਮੁਸ਼ਕਿਲ ਆਉਂਦੀ ਸੀ। ਉਸ ਤੋਂ ਬਾਅਦ ਪ੍ਰੋਬਲਮ ਇਨ ਟ੍ਰੇਨਿੰਗ ਵੈਲਥ, ਟ੍ਰਾਂਸਫੇਰਿੰਗ ਵੈਲਥ। ਕਹਿੰਦਾ ਕਿ ਹਸਤਾਂਤਰਨ, ਇੱਕ ਥਾਂ ਤੋਂ ਦੂਸਰੀ ਥਾਂ ਤੇ ਤੁਸੀਂ ਆਪਣੀਆਂ ਵਸਤੂਆਂ ਲੈ ਕੇ ਜਾਣਾ ਚਾਹੁੰਦੇ ਆ, ਜਿਹਦੇ ਕਰਕੇ ਵੀ ਤੁਹਾਨੂੰ ਮੁਸ਼ਕਿਲ ਸੀ। ਫੋਰ ਐਗਜ਼ਾਮਪਲ ਕਹਿੰਦਾ ਕਿ ਕੋਈ ਪਰਸਨ ਹੈ, ਠੀਕ ਹੈ, ਤੁਸੀਂ ਆਪਣਾ ਇੱਥੋਂ ਮਕਾਨ ਵੇਚ ਕੇ ਕਿਸੇ ਦੂਸਰੀ ਥਾਂ ਦੇ ਉੱਤੇ ਪਾਉਣਾ ਚਾਹੁੰਦੇ ਆ। ਜੇਕਰ ਤੁਹਾਡੇ ਕੋਲ ਪੈਸਾ, ਠੀਕ ਹੈ, ਤੁਸੀਂ ਫਾਰਮ ਦੇ ਵਿੱਚ ਉਹਨੂੰ ਕਨਵਰਟ ਕਰ ਸਕਦੇ ਆ, ਇੱਥੋਂ ਮਕਾਨ ਵੇਚਿਆ, ਪੈਸਾ ਮਿਲ ਗਿਆ, ਉਹਨੂੰ ਕਿਸੇ ਦੂਸਰੀ ਜਗ੍ਹਾ ਤੇ ਆ ਕੇ ਪਰਚੇਸ ਕਰ ਸਕਦੇ ਆ। ਬਟ ਕਹਿੰਦਾ ਇਹਦੇ ਵਿੱਚ ਕੀ ਸੀਗਾ ਕਿ ਸਾਡੇ ਕੋਲ ਪੈਸਾ ਅਵੇਲੇਬਲ ਨਹੀਂ ਸੀ, ਆਪਾਂ ਆਪਣੀ ਮਕਾਨ ਨੂੰ ਇੱਕ ਥਾਂ ਦੂਸਰੀ ਥਾਂ ਤੇ ਚੁੱਕ ਕੇ ਵੀ ਲਿਜਾ ਨਹੀਂ ਸਕਦੇ, ਜਿਹਦੇ ਕਰਕੇ ਟਰਾਂਸਫਰ ਦੇ ਵਿੱਚ ਮੁਸ਼ਕਿਲ ਆਉਂਦੀ ਸੀ। ਲੈਕ ਆਫ ਸਪੈਸ਼ਲਾਈਜੇਸ਼ਨ। ਹੁਣ ਕੀ ਹੈ, ਕਹਿੰਦਾ ਕਿ ਵਿਸ਼ਿਸ਼ਟੀਕਰਨ ਦੀ ਘਾਟ। ਵਿਸ਼ਿਸ਼ਟੀਕਰਨ ਦੇ ਵਿੱਚ ਕੀ ਹੁੰਦਾ ਸੀ, ਕਹਿੰਦਾ ਕਿ ਇੰਪੋਰਟ ਐਕਸਪੋਰਟ ਕਰਨਾ ਜਿਹੜਾ ਔਖਾ ਹੁੰਦਾ ਸੀ, ਇਸ ਲਈ ਹਰ ਵਿਅਕਤੀ ਲੋੜਾਂ ਦੇ ਆਪਣੇ ਮਤਲਬ ਕਿ ਜਿੰਨੀ ਕਿ ਸਾਨੂੰ ਜ਼ਰੂਰਤ ਹੁੰਦੀ ਸੀ ਉਹਦੇ ਅਕੋਰਡਿੰਗ ਹੀ ਅਸੀਂ ਜਿਹੜੀ ਆਊਟਪੁੱਟ ਪ੍ਰੋਡਿਊਸ ਕਰਦੇ ਸੀ। ਇੱਦਾਂ ਨਹੀਂ ਸੀਗਾ ਕਿ ਜੇਕਰ ਅਸੀਂ ਇੱਕ ਹੀ ਚੀਜ਼ ਨੂੰ ਵਾਰ-ਵਾਰ ਕਰਦੇ ਤਾਂ ਆਪਾਂ ਉਹਦੇ ਵਿੱਚ ਸਪੈਸ਼ਲਾਈਜੇਸ਼ਨ ਹਾਸਲ ਕਰ ਲੈਂਦੇ ਹਾਂ। ਮੀਨਸ ਕੀ ਹੈ ਕਿ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਇਸ ਚੀਜ਼ ਨੂੰ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਪ੍ਰੋਡਿਊਸ ਕਰ ਸਕਦੇ ਹਾਂ। ਬਟ ਕਹਿੰਦੇ ਕਿ ਜੋ ਲੋਕੀ ਕੀ ਕਰਦੇ ਸੀ, ਜਿੰਨਾ ਕੁ ਸਾਨੂੰ ਜ਼ਰੂਰਤ ਆ ਉਹਦੇ ਤਰ੍ਹਾਂ ਦਾ ਸਮਾਨ ਜਿਹੜਾ ਹਰ ਚੀਜ਼ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਸੀ, ਬਟ ਆਪਣੀ ਜ਼ਰੂਰਤ ਦੇ ਅਕੋਰਡਿੰਗ ਕੀਤੀ ਜਾਂਦੀ, ਉਹਨੂੰ ਮਾਰਕੀਟ ਵਿੱਚ ਸੇਲ ਨਹੀਂ ਕੀਤਾ ਜਾਂਦਾ ਸੀ। ਲੈਕ ਆਫ ਅਕਾਊਂਟਿੰਗ ਸਿਸਟਮ। ਹੁਣ ਕੀ ਹੈ ਕਿ ਇਹਨੂੰ ਲੇਖਾਕਰਨ ਪ੍ਰਣਾਲੀ ਦੇ ਵਿੱਚ ਵੀ ਅਣਹੋਂਦ ਸੀ, ਕਿ ਇਹਨੂੰ ਅਸੀਂ ਅਕਾਊਂਟਿੰਗ ਸੈਂਸ ਦੇ ਵਿੱਚ ਜਿਹੜਾ ਆ ਜੋ ਗੁਡਸ ਔਰ ਸਰਵਿਸਿਜ਼ ਸੀਗੀਆਂ, ਠੀਕ ਆ, ਉਹਨਾਂ ਦਾ ਮੁੱਲ ਨਿਰਧਾਰਿਤ ਨਹੀਂ ਹੁੰਦਾ ਸੀ। ਮੁੱਲ ਨਿਰਧਾਰਿਤ ਨਹੀਂ ਹੁੰਦਾ ਸੀ, ਕੋਈ ਵੈਲਿਊ ਨਹੀਂ ਆ, ਕੋਈ ਪ੍ਰਾਈਸ ਨਹੀਂ ਆ, ਜਿਹਦੇ ਕਰਕੇ ਉਹਨਾਂ ਨੂੰ ਅਕਾਊਂਟਿੰਗ ਸੈਂਸ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ ਸੀ, ਮੁਸ਼ਕਿਲ ਆਉਂਦੀ ਸੀ, ਜਿਹਦੇ ਕਰਕੇ ਇਹਦੀਆਂ ਕੁਝ ਡਿਫੀਕਲਟੀਜ਼ ਹੋਣ ਹੀ ਕਰਕੇ ਕਹਿੰਦਾ ਕਿ ਮੁਦਰਾ ਜਿਹੜੀ ਆ ਉਹ ਜਿਹੜਾ ਮੁਦਰਾ ਆ ਪੈਸਾ ਆ ਉਹਦਾ ਵਿਕਾਸ ਹੋਇਆ ਸੀ। ਨੈਕਸਟ ਆਪਾਂ ਨੇ ਕਰਨਾ ਆ ਮੋਨਟਰੀ ਸਿਸਟਮ ਆਫ ਐਕਸਚੇਂਜ।